Hello students, I am Sukhvinder from Department of Economics, GGTST College ਹਰਿਆਣਾ ਹੁਸ਼ਿਆਰਪੁਰ। ਅੱਜ ਅਸੀਂ ਯੂਟਿਲਿਟੀ ਟੌਪਿਕ ਜੋ ਕਰਦੇ ਪਏ ਹਾਂ ਉਹਦੇ ਵਿੱਚ ਕਨਸੈਪਟਸ ਆਫ ਯੂਟਿਲਿਟੀ ਦੇ ਵਿੱਚ ਫਸਟ ਕਨਸੈਪਟ ਜਿਹੜਾ ਸੀਗਾ ਲਾਅ ਆਫ ਡਿਮਿਨਿਸ਼ਿੰਗ ਮਾਰਜਨਲ ਯੂਟਿਲਿਟੀ ਆਪਾਂ ਕਰ ਲਿਆ ਸੀ ਲਾਸਟ ਲੈਕਚਰ ਦੇ ਵਿੱਚ, ਜਿਹਦੇ ਵਿੱਚ ਅਸੀਂ ਕੀਤਾ ਸੀ ਕਿ ਜਿੱਦਾਂ ਜਿੱਦਾਂ ਅਸੀਂ ਕਿਸੇ ਪ੍ਰੋਡਕਟ ਦੀ ਨੈਕਸਟ ਕਮੋਡਿਟੀ ਨੂੰ ਕੰਜ਼ਿਊਮ ਕਰਦੇ ਜਾਂਦੇ ਆ, ਕਿਸੇ ਕਮੋਡਿਟੀ ਦੀ ਨੈਕਸਟ ਯੂਨਿਟ ਕੰਜ਼ਿਊਮ ਕਰਦੇ ਜਾਂਦੇ ਆ, ਉਸ ਤੋਂ ਪ੍ਰਾਪਤ ਹੋਣ ਵਾਲਾ ਜਿਹੜਾ ਸੰਤੁਸ਼ਟੀ ਗੁਣ ਆ, ਜਿਹੜੀ ਉਹਦੀ ਯੂਟਿਲਿਟੀ ਆ ਮਾਰਜਨਲ ਯੂਟਿਲਿਟੀ, ਉਹ ਲਗਾਤਾਰ ਘਟਦੀ ਜਾਂਦੀ ਹੈ। ਮਾਰਜਨਲ ਯੂਟਿਲਿਟੀ ਦਾ ਕੰਸੈਪਟ ਵੀ ਆਪਾਂ ਕਰ ਲਿਆ ਸੀ ਕਿ ਇੱਕ ਹੋਰ ਪ੍ਰੋਡਕਟ ਕੰਜ਼ਿਊਮ ਕਰਨ ਦੇ ਨਾਲ ਜੋ ਟੋਟਲ ਯੂਟਿਲਿਟੀ ਦੇ ਵਿੱਚ ਚੇਂਜ ਆਉਂਦੀ ਹੈ ਉਹ ਮਾਰਜਨਲ ਯੂਟਿਲਿਟੀ ਹੁੰਦੀ ਹੈ। ਅਤੇ ਮਾਰਜਨਲ ਯੂਟਿਲਿਟੀ ਹਰੇਕ ਅਗਲਾ ਪ੍ਰੋਡਕਟ ਕੰਜ਼ਿਊਮ ਕਰਨ 'ਤੇ ਲਗਾਤਾਰ ਘਟਦੀ ਜਾਂਦੀ ਹੈ। ਇਹ ਸੀ ਸਾਡਾ ਲਾਅ ਆਫ ਡਿਮਿਨਿਸ਼ਿੰਗ ਮਾਰਜਨਲ ਯੂਟਿਲਿਟੀ ਦੇ ਵਿੱਚ, ਘਟਦੇ ਸੰਤੁਸ਼ਟੀ ਗੁਣ ਦੇ ਵਿੱਚ। ਅੱਜ ਅਸੀਂ ਕਰਾਂਗੇ ਉਸ ਦਾ ਸੈਕਿੰਡ ਜਿਹੜਾ ਸਿਧਾਂਤ ਹੈ, ਸੈਕਿੰਡ ਨਿਯਮ ਆ ਲਾਅ ਆਫ ਇਕੁਈ ਮਾਰਜਨਲ ਯੂਟਿਲਿਟੀ, ਸਮ ਸੰਤੁਸ਼ਟੀ ਗੁਣ ਦਾ ਨਿਯਮ। ਸਭ ਤੋਂ ਪਹਿਲਾਂ ਤਾਂ ਇੱਥੇ ਦੱਸਣਾ ਜ਼ਰੂਰੀ ਹੈ ਕਿ ਜਿਹੜਾ ਇਹ ਲਾਅ ਹੈ ਇਹ 19th ਸੈਂਚੁਰੀ ਦੇ ਵਿੱਚ ਗੋਸੇਨ ਨੇ ਦਿੱਤਾ ਸੀਗਾ, ਔਰ ਇਸ ਨੂੰ ਗੋਸੈਨਜ਼ ਸੈਕਿੰਡ ਲਾਅ ਵੀ ਕਿਹਾ ਜਾਂਦਾ, ਸੈਕਿੰਡ ਲਾਅ ਆਫ ਗੋਸੇਨ ਕਿਹਾ ਜਾਂਦਾ, ਕਿਉਂਕਿ ਫਸਟ ਲਾਅ ਜਿਹੜਾ ਅਸੀਂ ਲਾਅ ਆਫ ਡਿਮਿਨਿਸ਼ਿੰਗ ਮਾਰਜਨਲ ਯੂਟਿਲਿਟੀ ਦਾ ਕੀਤਾ ਸੀਗਾ, ਔਰ ਡਾਕਟਰ ਮਾਰਸ਼ਲ ਨੇ ਇਹਨੂੰ ਲਾਅ ਆਫ ਇਕੁਈ ਮਾਰਜਨਲ ਯੂਟਿਲਿਟੀ ਜਿਹੜੀ ਕਿਹਾ ਸੀਗਾ। ਇਸ ਨਿਯਮ ਦੇ ਅਨੁਸਾਰ ਜਿਹੜਾ ਕੋਈ ਕੰਜ਼ਿਊਮਰ ਆ ਉਹ ਵੱਧ ਤੋਂ ਵੱਧ ਸੰਤੁਸ਼ਟੀ ਹਾਸਲ ਕਰਨ ਦੇ ਲਈ ਆਪਣੀ ਆਮਦਨ ਨੂੰ ਇਸ ਤਰ੍ਹਾਂ ਖਰਚ ਕਰਦਾ ਕਿ ਹਰੇਕ ਪ੍ਰੋਡਕਟ 'ਤੇ ਕੀਤਾ ਗਿਆ ਖਰਚ, ਹਰੇਕ ਪ੍ਰੋਡਕਟ ਦੀ ਆਖਰੀ ਯੂਨਿਟ 'ਤੇ ਕੀਤੇ ਗਏ ਖਰਚ ਤੋਂ ਜਿਹੜੀ ਸੈਟਿਸਫੈਕਸ਼ਨ ਹੁੰਦੀ ਪਈ ਆ ਉਹ ਬਰਾਬਰ ਹੋਵੇ। ਕਿ ਅਸੀਂ ਪ੍ਰੋਡਕਟ ਖਰੀਦਦੇ ਕਿਉਂ ਆ? ਕਿਉਂਕਿ ਆਪਾਂ ਸੈਟਿਸਫੈਕਸ਼ਨ ਚਾਹੁੰਦੇ ਹਾਂ। ਕੋਈ ਪ੍ਰੋਡਕਟ ਕੰਜ਼ਿਊਮ ਕਰਦੇ ਹਾਂ ਕਿਉਂਕਿ ਆਪਾਂ ਸੈਟਿਸਫੈਕਸ਼ਨ ਚਾਹੁੰਦੇ ਹਾਂ, ਸੰਤੁਸ਼ਟੀ ਚਾਹੁੰਦੇ ਹਾਂ। ਅਤੇ ਇੱਕ ਕੰਜ਼ਿਊਮਰ ਹਰੇਕ ਪ੍ਰੋਡਕਟ ਦੇ ਉੱਤੇ, ਹਰੇਕ ਕਮੋਡਿਟੀ ਦੀ ਲਾਸਟ ਵਾਲੀ ਯੂਨਿਟ ਹੈ ਜਿਹੜੀ, ਉਹਦੇ 'ਤੇ ਹਰੇਕ ਪ੍ਰੋਡਕਟ 'ਤੇ ਇੰਨਾ ਖਰਚ ਕਰਦਾ ਕਿ ਹਰੇਕ ਪ੍ਰੋਡਕਟ ਦੀ ਜਿਹੜੀ ਲਾਸਟ ਯੂਨਿਟ ਕੰਜ਼ਿਊਮ ਕੀਤੀ ਗਈ ਆ ਉਹਨਾਂ ਤੋਂ ਪ੍ਰਾਪਤ ਹੋਣ ਵਾਲੀ ਜਿਹੜੀ ਯੂਟਿਲਿਟੀ ਹੈ, ਜਿਹੜੀ ਯੂਟਿਲਿਟੀ ਆ ਉਹ ਮਾਰਜਨਲ ਯੂਟਿਲਿਟੀ ਆ ਉਹ ਬਰਾਬਰ ਹੋਵੇ। ਔਰ ਇਸ ਨਿਯਮ ਨੂੰ ਲੈਫਟ ਵਿੱਚ ਨੇ ਉਪਭੋਗਤਾ ਦੀ ਸੰਤੁਸ਼ਟੀ ਨੂੰ ਵੱਧ ਤੋਂ ਵੱਧ ਕਰਨ ਦਾ ਸਧਾਰਨ ਸਿਧਾਂਤ ਦੀ ਜਨਰਲ ਪ੍ਰਿੰਸੀਪਲ ਫॉर ਮੈਕਸੀਮਾਈਜੇਸ਼ਨ ਆਫ ਕੰਜ਼ਿਊਮਰਸ ਸੈਟਿਸਫੈਕਸ਼ਨ ਦਾ ਨਾਮ ਦਿੱਤਾ ਸੀਗਾ। ਸੌਖੇ ਲਫ਼ਜ਼ਾਂ ਦੇ ਵਿੱਚ ਇਹਨੂੰ ਲਾਅ ਆਫ ਮੈਕਸੀਮਮ ਸੈਟਿਸਫੈਕਸ਼ਨ ਵੀ ਕਿਹਾ ਜਾ ਸਕਦਾ, ਇਹ ਲੈਫਟ ਵਿੱਚ ਦੇ ਅਨੁਸਾਰ। ਔਰ ਇਸ ਸਿਧਾਂਤ ਦੇ ਅਨੁਸਾਰ ਕੀ ਹੈ ਕਿ ਅ ਕੰਜ਼ਿਊਮਰ ਗੈਟਸ ਮੈਕਸੀਮਮ ਸੈਟਿਸਫੈਕਸ਼ਨ when ratio of marginal utility of all their prices are equal. The household maximizing its utility will so allocate its expenditure between commodities that the utility of the last penny spent on each is equal. The law of equi marginal utility states that the consumer will so dispose of his income that the marginal utility of the unit of income spent on each unit of consumption is equal. ਕੀ ਹੈ ਕਿ ਕੰਜ਼ਿਊਮਰ ਆ ਆਪਣੀ ਆਮਦਨ ਨੂੰ ਇਸ ਤਰ੍ਹਾਂ ਖਰਚ ਕਰੇਗਾ ਕਿ ਹਰੇਕ ਜਿਹੜਾ ਵੀ ਕਮੋਡਿਟੀ ਉਹਨੇ ਖਰੀਦੀ ਆ ਉਹ ਤੋਂ ਉਹਦੀ ਲਾਸਟ ਯੂਨਿਟ ਤੋਂ ਪ੍ਰਾਪਤ ਹੋਣ ਵਾਲੀ ਮਾਰਜਨਲ ਯੂਟਿਲਿਟੀ ਹੈ ਜਿਹੜੀ ਉਹ ਬਰਾਬਰ ਹੋਵੇ। ਜੇ ਕਿਉਂਕਿ ਕੰਜ਼ਿਊਮਰ ਨੂੰ ਉਸੇ ਕੇਸ ਦੇ ਵਿੱਚ ਮੈਕਸੀਮਮ ਸੈਟਿਸਫੈਕਸ਼ਨ ਹੋਏਗੀ ਜਦੋਂ ਉਸ ਨੂੰ ਹਰੇਕ ਯੂਨਿਟ ਤੋਂ ਪ੍ਰਾਪਤ ਹੋਣ ਵਾਲੀ, ਹਰੇਕ ਪ੍ਰੋਡਕਟ ਦੀ ਲਾਸਟ ਯੂਨਿਟ ਤੋਂ ਪ੍ਰਾਪਤ ਹੋਣ ਵਾਲੀ ਮਾਰਜਨਲ ਯੂਟਿਲਿਟੀ ਜਿਹੜੀ ਆ ਉਹ ਬਰਾਬਰ ਹੋਏਗੀ। ਇਹ ਸਿਧਾਂਤ ਕੁਛ ਇੱਕ ਅਜੰਪਸ਼ਨਸ 'ਤੇ ਆਧਾਰਿਤ ਆ। ਸਭ ਤੋਂ ਪਹਿਲਾਂ ਤਾਂ ਕਾਰਡੀਨਲ ਮੇਜਰਮੈਂਟ ਆਫ ਯੂਟਿਲਿਟੀ ਇਜ਼ ਪੋਸੀਬਲ ਕਿ ਮੰਨ ਕੇ ਚੱਲਦੇ ਹਾਂ, ਜਿਸ ਤਰ੍ਹਾਂ ਆਪਾਂ ਲਾਅ ਆਫ ਡਿਮਿਨਿਸ਼ਿੰਗ ਰਿਟਰਨਸ ਜਿਹੜਾ ਕੀਤਾ ਉਹਦੇ ਵਿੱਚ ਆਪਾਂ ਕ੍ਰਿਟੀਸਾਈਜ਼ ਕੀਤਾ ਸੀ ਕਿ ਜਿਹੜੀ ਕਾਰਡੀਨਲ ਮੇਜਰਮੈਂਟ ਆ, ਜਿਹੜੀ ਗਣਨਾਵਾਚਕ ਮਾਪ ਆ ਯੂਟਿਲਿਟੀ ਦਾ ਸੰਭਵ ਨਹੀਂ ਆ, ਪਰ ਇੱਥੇ ਫਿਰ ਇਹੀ ਮਾਨਤਾ ਲਈ ਗਈ ਹੈ ਕਿ ਗਣਨਾਵਾਚਕ ਮਾਪ ਸੰਭਵ ਆ। ਉਪਭੋਗਤਾ ਵਿਵੇਕਸ਼ੀਲ ਆ, ਰੈਸ਼ਨਲ ਆ, ਮੀਨਸ ਉਹ ਵੱਧ ਤੋਂ ਵੱਧ ਸੈਟਿਸਫੈਕਸ਼ਨ ਚਾਹੁੰਦਾ ਹੈ। ਐਂਡ ਜਿਹੜੀ ਉਪਭੋਗਤਾ ਦੀ ਇਨਕਮ ਆ, ਕੰਜ਼ਿਊਮਰ ਦੀ ਇਨਕਮ ਆ, ਉਹ ਕੌਂਸਟੈਂਟ ਰਹਿੰਦੀ, ਉਹਦੇ ਵਿੱਚ ਕੋਈ ਵੀ ਚੇਂਜ ਨਹੀਂ ਆਉਂਦੀ। ਉਸ ਤੋਂ ਬਾਅਦ ਉਸ ਦੀ ਜਿਹੜੀ ਇਨਕਮ ਆ ਉਹ ਕੌਂਸਟੈਂਟ ਰਹਿੰਦੀ ਹੈ, ਅਤੇ ਉਸ ਦੀ ਜਿਹੜੀ ਵਸਤੂ ਜਿਹੜੀ ਉਹ ਲੈਣੀ ਚਾਹੁੰਦਾ ਉਹਦੀ ਪ੍ਰਾਈਸ ਵੀ ਕੌਂਸਟੈਂਟ ਰਹਿੰਦੀ ਆ। ਉਸ ਤੋਂ ਬਾਅਦ ਜਿਹੜੀ ਮਨੀ ਦੀ ਮਾਰਜਨਲ ਯੂਟਿਲਿਟੀ ਆ ਉਹ ਵੀ ਕੌਂਸਟੈਂਟ ਆ। ਉਸ ਤੋਂ ਬਾਅਦ ਇਹ ਵੀ ਹੈ ਕਿ ਉਪਭੋਗ ਇੱਕ ਨਿਸ਼ਚਿਤ ਸਮੇਂ 'ਚ ਕੀਤਾ ਜਾਂਦਾ, ਇੱਦਾਂ ਨਹੀਂ ਹੈ ਕਿ ਇੱਕ ਪ੍ਰੋਡਕਟ ਅੱਜ ਕੰਜ਼ਿਊਮ ਕਰ ਲਿਆ, ਇੱਕ ਥੋੜ੍ਹੇ ਟਾਈਮ ਬਾਅਦ ਕੰਜ਼ਿਊਮ ਕਰ ਲਿਆ, ਉਹਦੇ 'ਚ ਕੰਟੀਨਿਊਟੀ ਹੋਣੀ ਚਾਹੀਦੀ ਹੈ। ਅਤੇ ਭੋਗ ਦਾ ਸਮਾਂ ਨਿਸ਼ਚਿਤ ਆ, ਭਾਵ ਉਪਭੋਗ ਇੱਕ ਨਿਸ਼ਚਿਤ ਸਮੇਂ 'ਚ ਹੀ ਕੀਤਾ ਜਾਏਗਾ। ਫਿਰ ਇਸ ਦੀ ਐਕਸਪਲੇਨੇਸ਼ਨ ਕੀਤੀ ਜਾਂਦੀ ਹੈ। ਮੈਂ ਇੱਥੇ ਦੱਸ ਦੇਣਾ ਚਾਹੁੰਦੀ ਹਾਂ ਕਿ ਲਾਅ ਆਫ ਇਕੁਈ ਮਾਰਜਨਲ ਯੂਟਿਲਿਟੀ ਨੂੰ ਐਕਸਪਲੇਨ ਕਰਨ ਦੇ ਲਈ ਆਪਾਂ ਮੰਨ ਕੇ ਚੱਲਦੇ ਹਾਂ ਕਿ ਸਿਰਫ 2 ਪ੍ਰੋਡਕਟਸ ਆ ਜਿਹੜੇ ਕੰਜ਼ਿਊਮਰ ਆ ਕੰਜ਼ਿਊਮ ਕਰਦਾ ਪਿਆ, ਅਦਰਵਾਈਜ਼ ਤਾਂ ਮੋਰ ਦੈਨ 2 ਬਹੁਤ ਸਾਰੇ ਪ੍ਰੋਡਕਟਸ ਆ ਜਿਹੜੇ ਆਪਾਂ ਡੇਲੀ ਕੰਜ਼ਿਊਮ ਕਰਦੇ ਹਾਂ। ਲਾਅ ਆਫ ਡਿਮਿਨਿਸ਼ਿੰਗ ਰਿਟਰਨਸ ਜਿਹੜਾ ਲਾਸਟ ਲਾਅ ਆਪਾਂ ਕੀਤਾ ਉਹਦੇ ਵਿੱਚ ਆਪਾਂ ਇੱਕ ਹੀ ਪ੍ਰੋਡਕਟ ਨੂੰ ਕੰਜ਼ਿਊਮ ਕੀਤਾ ਸੀ, ਪਰ ਇੱਥੇ ਅਸੀਂ ਮੰਨ ਕੇ ਚੱਲਦੇ ਪਏ ਹਾਂ ਕਿ ਜਿਹੜਾ ਕੰਜ਼ਿਊਮਰ ਆ ਉਹ ਮੋਰ ਦੈਨ 1 ਮੀਨਸ 2 ਪ੍ਰੋਡਕਟਸ ਜਿਹੜੇ ਉਹ ਕੰਜ਼ਿਊਮ ਕਰਦਾ ਪਿਆ। ਔਰ ਜਿਹੜੀ ਉਹਦੀ ਟੋਟਲ ਆਮਦਨ ਆ, ਆਪਣੀ ਟੋਟਲ ਆਮਦਨ ਨੂੰ ਕੰਜ਼ਿਊਮਰ ਨੇ
ਆਪਣੀ ਟੋਟਲ ਆਮਦਨ ਨੂੰ ਕੰਜ਼ਿਊਮਰ ਨੇ 2 ਪ੍ਰੋਡਕਟਸ ਦੇ ਉੱਤੇ ਖਰਚ ਕਰਨਾ। ਤੇ ਇਹ ਵੀ ਮੰਨ ਕੇ ਚੱਲਦੇ ਪਏ ਆ ਕਿ ਕੰਜ਼ਿਊਮਰ ਦੀ ਜਿਹੜੀ ਟੋਟਲ ਇਨਕਮ ਆ ਉਹ 5 ਰੁਪੀਜ਼, ਉਹਦੇ ਕੋਲ 5 ਰੁਪਏ ਹੈਗੇ ਆ, 5 ਰੁਪੀਜ਼ ਹੈਗੇ ਆ, ਔਰ 5 ਰੁਪੀਜ਼ ਨੂੰ ਉਹਨੇ ਇਸ ਤਰ੍ਹਾਂ ਖਰਚ ਕਰਨਾ ਕਿ ਉਹਨੂੰ ਵੱਧ ਤੋਂ ਵੱਧ ਸੈਟਿਸਫੈਕਸ਼ਨ ਮਿਲੇ 2 ਪ੍ਰੋਡਕਟਸ ਦੇ ਉੱਤੇ। ਅਤੇ ਇਹਦੇ ਲਈ ਇੱਕ ਟੇਬਲ ਜਿਹੜਾ ਬਣਾਇਆ, ਸਭ ਤੋਂ ਪਹਿਲਾਂ ਇਹਨੂੰ ਦੇਖੀਓ ਧਿਆਨ ਨਾਲ ਕਿ ਫਸਟ ਰੁਪੀਜ਼, ਉਸ ਤੋਂ ਬਾਅਦ ਮਾਰਜਨਲ ਯੂਟਿਲਿਟੀ। ਪਹਿਲਾ ਪ੍ਰੋਡਕਟ ਜਿਹੜਾ ਉਹਨੇ ਕਿਹਾ ਮੈਂਗੋ। ਜੇ ਤੁਸੀਂ ਮੈਂਗੋ ਨਹੀਂ ਕਹਿਣਾ ਚਾਹੁੰਦੇ ਤਾਂ ਤੁਸੀਂ ਇਸ ਨੂੰ ਗੁੱਡ ਐਕਸ ਵੀ ਕਹਿ ਸਕਦੇ ਹੋ, ਇਸ ਨੂੰ ਸੇਮ ਗੁੱਡ ਵਾਈ ਵੀ ਕਹਿ ਸਕਦੇ ਹੋ, ਗੁੱਡ ਵਾਈ, ਗੁੱਡ ਐਕਸ ਨਹੀਂ ਗੁੱਡ ਵਾਈ। ਅਤੇ ਜਾਂ ਮੈਂਗੋ ਹੀ ਰੱਖ ਲਓ ਮੈਂਗੋ। ਅਤੇ ਦੂਸਰਾ ਪ੍ਰੋਡਕਟ ਮੈंने ਮਿਲਕ ਲਿਆ। ਅਤੇ ਦੇਖੋ ਜੇ ਉਹ 1 ਰੁਪਇਆ ਖਰਚ ਕਰਦਾ ਫਸਟ ਰੁਪੀਜ਼ ਤੋਂ, ਮਾਰਜਨਲ ਯੂਟਿਲਿਟੀ ਜਿਹੜੀ ਮੈਂਗੋ ਦੀ ਆ ਉਹ 12 ਹੈ, ਸੈਕਿੰਡ ਰੁਪੀਜ਼ ਤੋਂ 10 ਹੈ, ਥਰਡ ਰੁਪੀ ਤੋਂ 8 ਹੈ, ਫੋਰਥ ਤੋਂ 6 ਹੈ, ਫਿਫਥ ਰੁਪੀ ਜਦੋਂ ਖਰਚ ਹੁੰਦਾ ਅਤੇ 4 ਹੈ। ਇੱਥੇ ਉਹ ਲਾਅ ਲਾਗੂ ਹੁੰਦਾ ਪਿਆ ਕਿ ਮਾਰਜਨਲ ਯੂਟਿਲਿਟੀ ਜਿਹੜੀ ਲਗਾਤਾਰ ਕਿਸੇ ਪ੍ਰੋਡਕਟ ਦੀ ਉਹ ਘਟਦੀ ਜਾਂਦੀ ਹੈ। ਅਤੇ ਸੈਕਿੰਡ ਹੈ ਯੂਟਿਲਿਟੀ, ਜਿਹੜੀ ਮਾਰਜਨਲ ਯੂਟਿਲਿਟੀ ਦਿੱਤੀ ਮਿਲਕ ਦੀ, ਸੈਕਿੰਡ ਪ੍ਰੋਡਕਟ ਹੈ ਜਿਹੜਾ, ਔਰ ਉਹਦੇ ਫਸਟ ਯੂਨਿਟ ਤੋਂ ਫਸਟ ਰੁਪੀਜ਼ ਤੋਂ ਖਰਚ ਕਰਨ 'ਤੇ 10 ਯੂਨਿਟਸ ਮਿਲਦੀਆਂ ਪਈਆਂ ਸੈਟਿਸਫੈਕਸ਼ਨ, 2 ਰੁਪੀਜ਼ 'ਤੇ 8, 3 ਰੁਪੀਜ਼ 'ਤੇ 6, 4 ਰੁਪੀਜ਼ 'ਤੇ 4 ਐਂਡ 5 ਰੁਪੀਜ਼ 'ਤੇ 2 ਮਾਰਜਨਲ ਯੂਟਿਲਿਟੀ ਜਿਹੜੀ ਮਿਲਦੀ ਪਈ ਹੈ। ਹੁਣ ਦੇਖੋ ਇਹਦੇ ਵਿੱਚ ਕੰਜ਼ਿਊਮਰ, ਅਸੀਂ ਕਹਿੰਦੇ ਕਿ ਹਾਂ ਲਾਅ ਆਫ ਇਕੁਈ ਮਾਰਜਨਲ ਯੂਟਿਲਿਟੀ ਇਹ ਦੱਸਦਾ ਕਿ ਜਿਹੜਾ ਕੰਜ਼ਿਊਮਰ ਆ ਹਰੇਕ ਪ੍ਰੋਡਕਟ ਜਿਹੜਾ ਵੀ, ਹਰੇਕ ਕਮੋਡਿਟੀ ਦੀ ਲਾਸਟ ਯੂਨਿਟ 'ਤੇ ਜਿਹੜੀ ਆ, ਜਿਹੜੀ ਵੀ ਉਹਦੀ ਲਾਸਟ ਯੂਨਿਟ ਹੈਗੀ ਆ ਉਹ ਇਸ ਤਰ੍ਹਾਂ ਖਰਚ ਕਰੇਗਾ ਹਰੇਕ ਕਮੋਡਿਟੀ ਦੀ ਲਾਸਟ ਯੂਨਿਟ ਤੋਂ ਮਿਲਣ ਵਾਲੀ ਜਿਹੜੀ ਸੈਟਿਸਫੈਕਸ਼ਨ ਆ ਉਹ ਸੇਮ ਹੋਵੇ। ਸਭ ਤੋਂ ਪਹਿਲਾਂ ਤਾਂ ਤੁਸੀਂ ਦੇਖੋ ਦੋਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਯੂਟਿਲਿਟੀ ਮਿਲਦੀ ਪਈ ਹੈ 12 ਮਿਲਦੀ ਪਈ ਹੈ ਮੈਂਗੋ 'ਤੇ, ਇਸ ਲਈ 1 ਯੂਨਿਟ ਉਹ ਮੈਂਗੋ ਦੀ ਲਏਗਾ। ਹੁਣ ਸੈਕਿੰਡ ਯੂਨਿਟ ਉਹ ਮੈਂਗੋ ਔਰ ਮਿਲਕ ਕਿਸੇ ਦੀ ਇੱਕ ਦੀ ਲੈ ਸਕਦਾ, ਮੰਨ ਲਓ ਮਿਲਕ ਦੀ ਲੈ ਲੈਂਦਾ। ਥਰਡ ਯੂਨਿਟ ਉਹ ਫਿਰ ਮੈਂਗੋ ਦੀ ਲਏਗਾ, ਕਿਉਂਕਿ ਹੁਣ ਉਸ ਤੋਂ ਬਾਅਦ ਜਿਹੜੀ ਯੂਟਿਲਿਟੀ ਉਹਨੂੰ ਬਚਦੀ ਪਈ ਹੈ ਜ਼ਿਆਦਾ ਉਹ ਮੈਂਗੋ ਦੇ ਵਿੱਚ ਹੀ ਆ। ਦੈਨ ਅਗਲੀ ਉਹ ਮਿਲਕ ਦੀ ਲਏਗਾ, ਫਿਰ ਮੈਂਗੋ ਦੀ ਲਏਗਾ, ਫਿਰ ਮਿਲਕ ਦੀ ਲਏਗਾ, ਇਸ ਤਰ੍ਹਾਂ ਮੀਨਸ ਫਸਟ ਯੂਨਿਟ ਉਹ ਮੈਂਗੋ ਦੀ ਲਏਗਾ। ਪਰ ਹੁਣ ਉਹ ਕਿੰਨੇ ਮੈਂਗੋ ਲੈਂਦਾ ਪਿਆ ਜਾਂ ਇੱਧਰੋਂ ਕਿੰਨੇ ਮਿਲਕ ਲੈਂਦਾ ਪਿਆ, ਇਹ ਦੇਖੋ ਜਿਹੜਾ ਵੈਸੇ ਬੈਸਟ ਆ ਉਹ ਇਹੀ ਆ ਕਿ ਉਹ 12, 10, 8 ਇਹ 3 ਯੂਨਿਟਸ ਲਏਗਾ ਮੈਂਗੋ ਦੀਆਂ, 10 ਅਤੇ 8 2 ਯੂਨਿਟਸ ਲਏਗਾ ਮਿਲਕ ਦੀਆਂ। ਇਹਨਾਂ ਸਾਰਿਆਂ ਨੂੰ ਜਦੋਂ ਅਸੀਂ ਪਲੱਸ ਕਰ ਦਾਂਗੇ, ਐਡ ਕਰ ਦਾਂਗੇ, ਇਹਨਾਂ ਸਾਰਿਆਂ ਤੋਂ ਜਿਹੜੀ ਉਹਨੂੰ ਸੈਟਿਸਫੈਕਸ਼ਨ ਮਿਲੇਗੀ ਉਹ ਮਿਲੇਗੀ 48 ਯੂਨਿਟਸ। 48 12 10 22 8 30 10 40 ਅਤੇ 8 48। ਅਤੇ ਇਸ ਤਰ੍ਹਾਂ ਆ ਕਿ ਹੁਣ ਇਹਦੇ ਵਿੱਚ ਦੇਖੋ 3 ਯੂਨਿਟਸ ਉਹ ਖਰੀਦਦਾ ਪਿਆ ਮੈਂਗੋ ਦੀਆਂ ਅਤੇ 2 ਯੂਨਿਟਸ ਉਹ ਖਰੀਦੇਗਾ ਮਿਲਕ ਦੀਆਂ। ਅਤੇ ਜੇ ਉਹ ਇਸ ਕੰਬੀਨੇਸ਼ਨ ਨੂੰ ਚੇਂਜ ਕਰਦਾ, ਕੋਈ ਹੋਰ ਕੰਬੀਨੇਸ਼ਨ ਲੈਂਦਾ, ਮੰਨ ਲਓ ਇਹਦੇ ਵਿੱਚ ਇਹ ਵੀ ਦੇਖੋ ਕਿ ਮੈਂਗੋ ਦੀ ਲਾਸਟ ਯੂਨਿਟ ਤੋਂ ਮਿਲਣ ਵਾਲੀ ਸੈਟਿਸਫੈਕਸ਼ਨ 8 ਅਤੇ ਮਿਲਕ ਦੀ ਲਾਸਟ ਯੂਨਿਟ ਤੋਂ ਮਿਲਣ ਵਾਲੀ ਸੈਟਿਸਫੈਕਸ਼ਨ 8 ਅਤੇ ਦੋਨਾਂ ਦੇ ਲਾਸਟ ਯੂਨਿਟ ਤੋਂ ਮਿਲਣ ਵਾਲੀ ਜਿਹੜੀ ਸੈਟਿਸਫੈਕਸ਼ਨ ਆ ਸੇਮ ਆ। ਇਟ ਮੀਨਸ ਉਹ 3 ਰੁਪੀਜ਼ ਸਪੈਂਡ ਕਰੇਗਾ ਔਨ ਮੈਂਗੋ ਐਂਡ 2 ਰੁਪੀਜ਼ ਸਪੈਂਡ ਕਰੇਗਾ ਔਨ ਮਿਲਕ। ਅਤੇ ਜਿਹੜੀ ਮੈਕਸੀਮਮ ਸੈਟਿਸਫੈਕਸ਼ਨ ਉਹਦੀ ਕਿੰਨੀ ਹੋ ਜਾਏਗੀ 48। ਅਤੇ ਇੱਥੇ ਜੇ ਕਿਤੇ ਵੀ ਚੇਂਜ ਕਰਦਾ ਉਹ, ਜੇ ਉਹ ਇੱਕ ਮੈਂਗੋ ਹੋਰ ਲੈ ਲੈਂਦਾ ਅਤੇ ਉਹਨੂੰ ਜਿਹੜੀ ਟੋਟਲ ਸੈਟਿਸਫੈਕਸ਼ਨ ਉਹਦੀ 46 ਹੋ ਜਾਂਦੀ ਹੈ। ਅਤੇ ਜੇ ਉਹ ਇੱਕ ਮਿਲਕ ਲੈ ਲੈਂਦਾ ਅਤੇ ਤਾਂ ਵੀ ਉਹਦੀ ਜਿਹੜੀ ਟੋਟਲ ਸੈਟਿਸਫੈਕਸ਼ਨ ਆ ਉਹ ਘੱਟ ਜਾਏਗੀ। ਉਹਨੂੰ ਸਭ ਤੋਂ ਵੱਧ ਜਿਹੜੀ ਸੈਟਿਸਫੈਕਸ਼ਨ ਆ ਉਹ ਉਦੋਂ ਹੀ ਮਿਲੇਗੀ ਜਦੋਂ ਉਹ 3 ਯੂਨਿਟਸ ਉਹ ਮੈਂਗੋ ਦੀਆਂ ਲਏਗਾ ਅਤੇ 2 ਯੂਨਿਟਸ ਉਹ ਮਿਲਕ ਦੀਆਂ ਲਏਗਾ। ਔਰ ਇਸ ਕੇਸ ਦੇ ਵਿੱਚ ਇਹ ਵੀ ਹੋਏਗਾ ਕਿ ਜਿਹੜਾ ਲਾਸਟ ਪ੍ਰੋਡਕਟ ਤੋਂ ਮਿਲਣੇ ਵਾਲੀ, ਜਿਹੜੀ ਲਾਸਟ ਯੂਨਿਟ ਤੋਂ ਮਿਲਣੇ ਵਾਲੀ ਕਿਸੇ ਪ੍ਰੋਡਕਟ, ਦੋਨਾਂ ਪ੍ਰੋਡਕਟਸ ਦੀ ਲਾਸਟ ਯੂਨਿਟ ਤੋਂ ਮਿਲਣੇ ਵਾਲੀ ਜਿਹੜੀ ਸੈਟਿਸਫੈਕਸ਼ਨ ਆ ਉਹ ਬਰਾਬਰ ਆ 8 ਆ। ਫਿਰ ਇਸ ਨੂੰ ਡਾਇਗਰਾਮ ਦੇ ਥਰੂ ਵੀ ਐਕਸਪਲੇਨ ਕੀਤਾ ਗਿਆ। OX 'ਤੇ ਦੋਨਾਂ 'ਤੇ ਰੁਪੀਜ਼ ਆ, OY 'ਤੇ ਯੂਟਿਲਿਟੀ ਆ, A ਡਾਇਗਰਾਮ ਦੇ ਵਿੱਚ ਮੈਂਗੋ ਦੀ ਅਤੇ BY ਡਾਇਗਰਾਮ ਦੇ ਵਿੱਚ ਮਿਲਕ ਦੀ। ਫਿਰ ਦੇਖੋ ਉਹੀ ਮੈਂ ਦੁਬਾਰਾ ਇੱਧਰ ਜਾਂਦੀ ਹਾਂ ਟੇਬਲ ਦੇ ਉੱਤੇ, ਫਸਟ ਸੈਕਿੰਡ ਥਰਡ ਫੋਰਥ ਐਂਡ ਫਿਫਥ 5 ਰੁਪੀਜ਼ ਆ ਜਿਹੜੇ ਆਪਾਂ ਐਕਸ ਐਕਸਿਸ 'ਤੇ ਦੋਨਾਂ ਦੇ ਐਕਸ ਐਕਸਿਸ 'ਤੇ ਲਏਗਾ। ਐਂਡ ਇੱਧਰੋਂ 12 10 8 6 4 ਇਹ ਬਾਈ ਐਕਸਿਸ 'ਤੇ ਲਵਾਂਗੇ। ਦੇਖੋ 12 10 8 6 ਦੇਖੋ ਹੁਣ ਉਹੀ ਸੀ ਕਿ 1 ਰੁਪੀਜ਼ 'ਤੇ ਉਹਨੂੰ ਜਿਹੜੀ ਯੂਟਿਲਿਟੀ ਮੈਂਗੋ 'ਚ ਮਿਲਦੀ ਪਈ ਹੈ 12 ਮਾਰਜਨਲ ਯੂਟਿਲਿਟੀ, 2 ਰੁਪੀਜ਼ 'ਤੇ 10, 3 ਰੁਪੀਜ਼ 'ਤੇ 8, 4 ਰੁਪੀਜ਼ 'ਤੇ 6 ਦੈਨ 5 ਰੁਪੀਜ਼ 'ਤੇ 4 ਜਿਹੜੀ ਇੱਥੇ ਖੈਰ ਡਰੋ ਨਹੀਂ ਕੀਤੀ। ਉਸ ਤੋਂ ਬਾਅਦ ਸੇਮ ਸੈਕਿੰਡ ਡਾਇਗਰਾਮ ਦੇ ਵਿੱਚ ਦੇਖਿਓ 1 2 3 4 5 6 ਰੁਪੀਜ਼ ਹੈਗੇ। ਉਸ ਤੋਂ ਬਾਅਦ ਜਿਹੜੀ ਯੂਟਿਲਿਟੀ ਮਿਲਦੀ ਪਈ ਆ ਫਸਟ ਰੁਪੀ ਖਰਚ ਕਰਨ 'ਤੇ 10, ਫਿਰ 8, ਫਿਰ 6। ਫਿਰ ਜਿਸ ਤਰ੍ਹਾਂ ਆਪਾਂ ਗੱਲ ਕਰਕੇ ਆਏ ਹਾਂ ਹੁਣੇ ਕਿ ਉਹ 8 ਉਹ ਮਤਲਬ ਜਿਹੜੀ ਟੋਟਲ ਆ ਉਹ 3 ਯੂਨਿਟਸ ਮੈਂਗੋ ਦੀਆਂ ਲਏਗਾ, 2 ਯੂਨਿਟਸ ਮਿਲਕ ਦੀਆਂ ਲਏਗਾ ਔਰ ਦੋਨਾਂ ਦੇ ਲਾਸਟ ਜਿਹੜਾ ਯੂਨਿਟ ਆ ਉਹਦੇ ਤੋਂ ਜਿਹੜੀ ਸੈਟਿਸਫੈਕਸ਼ਨ ਉਹਨੂੰ ਮਿਲੂਗੀ ਉਹ 8 ਮਿਲੇਗੀ।
इसलिए ये लाइन जी वो आ जाएगी। इस तरह वो अपना जो 5 रुपीज़ वो टोटल इनकम उन्होंने खर्च करेगा कि दोनों प्रोडक्ट्स की लास्ट यूनिट तो मिलने वाली सैटिस्फैक्शन बराबर हो जाए। जे वो इस केस थोड़ी जी भी चेंज करता, जिदा आप कहा जो थोड़ी जी भी चेंज करता तो उन्होंने इस प्रॉफिट नहीं होएगा, उन्होंने सगों लॉस होएगी। चाहे वो दोनों के विचों किसी भी प्रोडक्ट का एक यूनिट वाधू ले लें। देखो किसी भी प्रोडक्ट का वो इधरों यूनिट जो वाधू लेगा उन्होंने दूसरे प्रोडक्ट की यूनिट छड़नी पैगी, क्योंकि वो टोटल इनकम कितनी है 5। इत्थे आओ जे वैसे वो जो वैस्ट आ वो आही आ 8 वाला, ये वो वैस्ट लाइन आ जी वो लै सकता। पर जे वो इधरों एक वाधू लैंदा पिया वो गेन कितना होएगा 3 तो 4 का, ये गेन होएगा। पर देखो जे वो एक यूनिट एक्सट्रा लैंदा पिया मैंगो की, इतने आ वाली यूनिट एक्सट्रा लैंदा पिया तो उन्होंने आ जी यूनिट आ मिल्क की वो छड्डनी पैगी। वो जी गेन आ जो उन्होंने मिलूगा वो ये आ, पर जी वो लॉस आ वो आ डार्क शेड की ये आ। इस केस च लॉस जी वो गेन तो ज़्यादा, इसलिए इस जो को ऑप्शन आ कि 3 यूनिट्स मैंगो दियाँ लवे तो 2 यूनिट्स वो मिल्क दियाँ लवे, ये वो बेस्ट ऑप्शन आ। इत्थे वो जी सैटिस्फैक्शन आ मैक्सीमम 48। जे वो किते भी चेंज करता तो वो जी लॉस आ वो ज़्यादा होएगी, जी लॉस आ वो ज़्यादा होएगी तो जी वो गेन आ वो घट होएगी, तो उन्होंने प्रॉफिट नहीं होएगा, उसकी सैटिस्फैक्शन घट जाएगी। अगे हैगी हुण इंपोर्टेंस, इस नियम की इंपोर्टेंस की है। सब तो पहला तो ये दस देना चाहती हाँ कि प्रोफैसर रॉबिन्स है जोड़े उन्होंने अर्थशास्त्र का आधार किया इस सिद्धांत नूं। रॉबिन्स ने कहा कि निजम अर्थशास्त्र के तकरीबन सारे खेतरों में लागू होंदा। दी एप्लीकेशन ऑफ द प्रिंसीपल ऑफ इक्वी मार्जिनल यूटिलिटी एक्सटेंड्स टू आलमोस्ट एवरी फील्ड ऑफ इकनॉमिक इनक्वायरी। सब तो पहला जी इंपोर्टेंस आ वो कंजम्पशन च, हरेक उपभोक्ता हरेक कंज्यूमर है जो मैक्सीमम सैटिस्फैक्शन प्राप्त करनी चाहता, तो जो इस नियम के अनुसार अपनी जी खर्च करेगा तो उन्होंने प्राप्त होने वाली जी सैटिस्फैक्शन आ वो मैक्सीमम होएगी। दूसरा प्रोडक्शन, हरेक बिजनेसमैन हरेक प्रोड्यूसर वध तो वध प्रॉफिट कमाना चाहता, वो लेबर कैपीटल लैंड दियाँ जिन्नियां भी वो यूनिट्स अवेलेबल है, जिन्ने रिसोर्सिस अवेलेबल है उन्होंने इस तरह यूज़ करे कि उन्होंने लास्ट जोड़े यूनिट तो प्राप्त होने वाली मार्जिनल प्रोडक्टिविटी है। मार्जिनल यूटिलिटी तो कंज्यूमर के केस होंगी ना, प्रोड्यूसर के केस मार्जिनल प्रोडक्टिविटी होएगी वो बराबर होवे। जो इस तरह होएगा तो वह प्रॉफिट है जो मैक्सीमम होएगा। दैन उस तो बाद एक्सचेंज के वटांदरे च महत्व ये है कि हरेक इस तो ये पता लगता सानू कि जो असीं किसी चीज़ नूं एक यूनिट होर लैण लई दूसरी चीज़ की एक यूनिट होर छड्डनी होवे तो आपां नूं ये देखना पेगा कि सानू जिहड़ा प्रोडक्ट आपां छड्ड रहे हैं उस तो प्राप्त होने वाली यूटिलिटी मार्जिनल यूटिलिटी किते जिहड़ा आपां प्रोडक्ट लै रहे हैं उहदे नालों ज़्यादा तो नहीं है। क्योंकि जे आप ज़्यादा मार्जिनल यूटिलिटी वाला प्रोडक्ट आ जो छड्ड दांगे वो एक यूनिट छड्ड दांगे तो सानू लॉस होएगी। इसलिए जो भी तुसीं कदी एक्सचेंज करते हो तुसीं उहदी मार्जिनल यूटिलिटी देखोगे, जिहदी मार्जिनल यूटिलिटी घट आ उस प्रोडक्ट नूं उस यूनिट नूं तुसीं छड्ड सकदे हो। दैन ये डिस्ट्रीब्यूशन का भी आधार आ। डिस्ट्रीब्यूशन राष्ट्रीय आमदन की वंड करना, ये इस वंड इस तरह होंदी है कि हरेक साधन नूं लंबे समय विच अपने मार्जिनल यूटिलिटी के बराबर राष्ट्रीय आमदन विच हिस्सा प्राप्त हो सके। अजिही वंड करने लई पूंजी का प्रतिस्थापन करना पैंदा ਅਤੇ प्रतिस्थापन तद तक ਹੁੰਦਾ ਰਹਿੰਦਾ ਜਦੋਂ तक ਉਤਪਾਦਨ ਦੇ ਸਾਧਨਾਂ ਦੀ ਮਾਰਜਨਲ ਪ੍ਰੋਡਕਟਿਵਿਟੀ ਉਹਨਾਂ ਨੂੰ ਮਿਲਣ ਵਾਲੀ ਆਮਦਨ ਦੇ ਬਰਾਬਰ ਨਾ ਹੋ ਜਾਵੇ। ਉਸ ਤੋਂ ਬਾਅਦ ਇਟਸ ਆਲਸੋ ਇੰਪੋਰਟੈਂਟ ਇਨ ਪਬਲਿਕ ਫਾਈਨਾਂਸ। ਪਬਲਿਕ ਫਾਈਨਾਂਸ ਦੇ ਵਿੱਚ ਗੌਰਮੈਂਟ ਟੈਕਸ ਲਗਾਉਂਦੀ ਹੈ। ਜਦੋਂ ਵੀ ਟੈਕਸ ਲਗਾਉਂਦੀ ਹੈ ਗੌਰਮੈਂਟ ਆਪਣੀ ਆਮਦਨ ਪ੍ਰਾਪਤ ਕਰਨ ਦੇ ਲਈ ਗੌਰਮੈਂਟ ਲੋਕਾਂ 'ਤੇ ਟੈਕਸ ਲਗਾਉਂਦੀ ਹੈ। ਜਦੋਂ ਵੀ ਟੈਕਸ ਗੌਰਮੈਂਟ ਲਗਾਏਗੀ ਅਤੇ ਉਹਦੇ ਵਿੱਚ ਇਹ ਸਿਧਾਂਤ ਕਿਸ ਤਰ੍ਹਾਂ ਹੈਲਪ ਕਰੇਗਾ, ਦੇਖੋ ਜਦੋਂ ਸਰਕਾਰ ਟੈਕਸ ਲਗਾਊਗੀ ਬਿਨਾਂ ਸ਼ੱਕ ਸਰਕਾਰ ਦੀ ਆਮਦਨ ਹੋਏਗੀ। ਜਦੋਂ ਸਰਕਾਰ ਦੀ ਆਮਦਨ ਹੋਏਗੀ ਤਾਂ ਉਹ ਆਮਦਨ ਨੂੰ ਲੋਕਾਂ ਦੇ ਬੈਨੀਫਿਟ 'ਤੇ ਖਰਚ ਕੀਤਾ ਜਾਏਗਾ, ਲੋਕਾਂ ਦੇ ਵੈਲਫੇਅਰ ਲਈ ਖਰਚ ਕੀਤਾ ਜਾਏਗਾ। ਹੁਣ ਜਦੋਂ ਅਸੀਂ ਟੈਕਸ ਪੇ ਕਰਦੇ ਹਾਂ ਸਾਡਾ ਇੱਕ ਤਿਆਗ ਹੁੰਦਾ, ਜੇ ਸਾਡਾ ਤਿਆਗ ਜਿਹੜਾ ਹੁੰਦਾ ਪਿਆ ਉਹ ਤੋਂ ਉਹਦੇ ਬਦਲੇ ਜਦੋਂ ਸਾਨੂੰ ਸਰਕਾਰ ਦੇ ਖਰਚ ਤੋਂ ਬੈਨੀਫਿਟ ਹੋਣਾ ਉਹ ਬੈਨੀਫਿਟ ਸਾਡਾ ਜ਼ਿਆਦਾ ਹੋਵੇ तो बिना शक साडा जिहड़ा त्याग आ लोग आसानी नाल कर देणगे। इसलिए इस तरह भी होना चाहिए कि लोग कितना जिहड़ा त्याग आ उन्हां दी मार्जिनल यूटिलिटी किन्नी है उहदे अकॉर्डिंग लोग अपना त्याग करनगे, सैक्रीफाइस करनगे तो उन्हां नूं उहदा बेनीफिट कितना मिलदा पिया इहदा भी आधार है। डिस्ट्रीब्यूशन ऑफ इनकम बिटवीन सेविंग एंड कंजम्पशन। हुण टोटल जिहड़ी आमदन हुंदी है उहनूं तुसीं वाई जिहड़ी टोटल आमदन हुंदी है उहनूं जां तुसीं कंज्यूम करना हुंदा जां सेव करना हुंदा। हुण किन्नी कंजम्पशन करोगे किन्नी सेव करोगे इहदे विच भी साडा जिहड़ा तुष्टि गुण आ ਉਹ ਰੋਲ ਪਲੇ ਕਰਦਾ ਹੈ। ਤੁਹਾਡੀ ਸੰਤੁਸ਼ਟੀ ਜਦੋਂ ਮੈਕਸੀਮਮ ਹੋ ਗਈ ਉਹ ਤੋਂ ਉੱਪਰ ਤੁਸੀਂ ਸੇਵ ਕਰ ਲਓਗੇ। ਵਸਤੂਆਂ ਦੀ ਆਦਰਸ਼ ਵੰਡ, ਆਪਟੀਮਮ ਡਿਸਟ੍ਰੀਬਿਊਸ਼ਨ ਆਫ ਕਮੋਡਿਟੀਜ਼। ਇਸ ਨਿਯਮ ਦੇ ਨਾਲ ਇਹ ਵੀ ਪਤਾ ਲੱਗਦਾ ਕਿ ਜਿਹੜੀ ਡਿਸਟ੍ਰੀਬਿਊਸ਼ਨ ਆ ਗੁੱਡਸ ਦੀ ਉਹ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ ਕਿ ਮੈਕਸੀਮਮ ਸੈਟਿਸਫੈਕਸ਼ਨ ਹੋ ਜਾਏ। ਉਸ ਤੋਂ ਬਾਅਦ ਡਿਸਟ੍ਰੀਬਿਊਸ਼ਨ ਐਸੈਟਸ। ਇਹ ਨਿਯਮ ਉਪਭੋਗਤਾਵਾਂ ਨੂੰ ਆਪਣੀ ਪੂੰਜੀ ਨੂੰ ਵੱਖ-ਵੱਖ ਕੰਮਾਂ ਵਿੱਚ ਵੰਡਣ ਲਈ ਵੀ ਮਦਦ ਕਰਦਾ ਹੈ।
ਅਤੇ ਆਪਣੀ ਪੂੰਜੀ ਨੂੰ ਅਲੱਗ-ਅਲੱਗ ਕੰਮਾਂ ਦੇ ਵਿੱਚ ਕਿੰਨੀ ਇਨਵੈਸਟਮੈਂਟ ਕੀਤੀ ਜਾਵੇ, ਇਹ ਕਿੰਨਾ ਜਿਹੜਾ ਸ਼ੇਅਰਸ ਦੇ ਵਿੱਚ, ਕਿੰਨਾ ਬੌਂਡਸ ਦੇ ਵਿੱਚ ਖਰਚ ਕੀਤਾ ਜਾਵੇ, ਕਿੰਨੀ ਕੈਸ਼ ਰੱਖਿਆ ਜਾਵੇ, ਇਹ ਡਿਸਾਈਡ ਕਰਨ ਦੇ ਵਿੱਚ ਵੀ ਹੈਲਪ ਕਰਦਾ ਹੈ। ਪਰ ਇਸ ਤੋਂ ਬਾਅਦ ਫਿਰ ਇਹਦੇ ਕ੍ਰਿਟਿਸਿਜ਼ਮ ਆਉਂਦੇ ਆ। ਬਿਨਾਂ ਸ਼ੱਕ ਬਹੁਤ ਵਧੀਆ ਸਿਧਾਂਤ ਆ। ਰੋਬਿਨਸ ਨੇ ਤਾਂ ਕਿਹਾ ਆਲ ਇਕਨੋਮਿਕ ਐਕਟੀਵਿਟੀਜ਼ ਦਾ ਬੇਸ ਹੈਗਾ ਇਹ ਸਿਧਾਂਤ, ਪਰ ਫਿਰ ਵੀ ਇਸ ਸਿਧਾਂਤ ਦੀਆਂ ਕੁਛ ਇੱਕ ਆਲੋਚਨਾਵਾਂ ਆ। ਸਭ ਤੋਂ ਪਹਿਲੀ ਤਾਂ ਆਲੋਚਨਾਵਾਂ ਜਿਹੜੀ ਪਹਿਲੀ ਮਾਨਤਾ ਸੀ ਕਿ ਕੰਜ਼ਿਊਮਰ ਇਜ਼ ਰੈਸ਼ਨਲ। ਇੱਥੇ ਮੰਨਿਆ ਜਾਂਦਾ ਕੰਜ਼ਿਊਮਰ ਇਜ਼ ਨੋਟ ਰੈਸ਼ਨਲ। ਸਾਰੇ ਕੰਜ਼ਿਊਮਰ ਜਿਹੜੇ ਉਹ ਰੈਸ਼ਨਲ ਨਹੀਂ ਹੁੰਦੇ। ਜਿਹੜੇ ਕਈ ਉਪਭੋਗਤਾ ਉਹ ਆਲਸੀ ਸੁਭਾਅ ਦੇ ਹੁੰਦੇ ਆ। ਉਹ ਆਪਣੀਆਂ ਆਦਤਾਂ, ਰਸਮਾਂ, ਰਿਵਾਜ਼ਾਂ ਦੇ ਅਧੀਨ ਕਈ ਵਾਰ ਘੱਟ ਤੁਸ਼ਟੀਗੁਣ ਵਾਲੀਆਂ ਵਸਤੂਆਂ ਨੂੰ ਵੀ ਖਰੀਦ ਲੈਂਦੇ ਆ। ਇਸ ਲਈ ਕੰਜ਼ਿਊਮਰ ਇਜ਼ ਨਾਟ ਕੈਲਕੂਲੇਟਿੰਗ। ਅਤੇ ਕੰਜ਼ਿਊਮਰ ਇੰਨਾ ਕੈਲਕੂਲੇਟ ਨਹੀਂ ਕਰਦਾ ਹੁੰਦਾ ਕਿ ਮੈਨੂੰ ਲਾਸਟ ਯੂਨਿਟ ਤੋਂ, ਕਿਹੜੇ ਪ੍ਰੋਡਕਟ ਦੀ ਲਾਸਟ ਯੂਨਿਟ ਤੋਂ ਕਿੰਨੀ ਮਾਰਜਨਲ ਯੂਟਿਲਿਟੀ ਮਿਲਦੀ ਹੈ। ਤੁਸੀਂ ਆਪ ਦੇਖੋ, ਅਸੀਂ ਕੰਜ਼ਿਊਮਰ ਕੀ ਅਸੀਂ ਕਦੀ ਇੰਨੀ ਵੱਡੀ ਕੈਲਕੂਲੇਸ਼ਨ ਕਰਦੇ ਹਾਂ? ਕਦੀ ਵੀ ਨਹੀਂ ਕਰਦੇ। ਸ਼ਾਰਟੇਜ ਆਫ ਗੁਡਸ, ਫਿਰ ਇਹ ਵੀ ਆ ਕਿ ਤੁਸੀਂ ਇਹ ਤਾਂ ਕਹਿਤਾ ਤੁਹਾਨੂੰ ਯੂਟਿਲਿਟੀ ਜ਼ਿਆਦਾ ਮਿਲਦੀ ਹੈ, ਪਰ ਤੁਸੀਂ ਇੱਕ ਯੂਨਿਟ ਹੋਰ ਮੰਨ ਲਓ ਮੈਂਗੋ ਦੀ ਲੈਣਾ ਚਾਹੁੰਦੇ ਆ ਜਿੱਦਾਂ, ਪਰ ਜੇ ਹੁਣ ਮੈਂਗੋ ਅਵੇਲੇਬਲ ਹੋਏਗਾ ਤਾਂ ਹੀ ਤੁਸੀਂ ਉਹਦੀ 3rd ਯੂਨਿਟ ਲਓਗੇ। ਜੇ ਅਵੇਲੇਬਲ ਹੀ ਨਹੀਂ ਹੋਇਆ ਤਾਂ ਤੁਹਾਨੂੰ ਮਿਲਕ ਹੀ ਲੈਣਾ ਪਏਗਾ। ਉਸ ਤੋਂ ਬਾਅਦ ਇਨਫਲੂਐਂਸ ਆਫ ਫੈਸ਼ਨਸ, ਇਨਕਮ ਐਂਡ ਹੈਬਿਟਸ। ਅਸੀਂ ਕਿੰਨਾ ਖਰਚ ਕਰਨਾ, ਕਿੰਨਾ ਕੰਜ਼ਿਊਮ ਕਰਨਾ, ਇਹ ਇਸ 'ਤੇ ਵੀ ਡਿਪੈਂਡ ਕਰਦਾ ਕਿ ਫੈਸ਼ਨ ਕਿਵੇਂ ਦਾ ਚੱਲ ਰਿਹਾ, ਕਸਟਮਸ ਕਿਵੇਂ ਦੇ ਆ, ਜਾਂ ਜਿਹੜਾ ਕੰਜ਼ਿਊਮਰ ਪਾਰਟੀਕੂਲਰ ਕੰਜ਼ਿਊਮਰ ਆ ਉਹਦੀਆਂ ਹੈਬਿਟਸ ਕੀ ਆ। ਇਗਨੋਰੈਂਸ ਆਫ ਦੀ ਕੰਜ਼ਿਊਮਰ, ਅਤੇ ਕਈ ਗੱਲਾਂ ਦਾ ਤਾਂ ਕੰਜ਼ਿਊਮਰ ਨੂੰ ਗਿਆਨ ਹੀ ਨਹੀਂ ਹੁੰਦਾ। ਸਭ ਤੋਂ ਪਹਿਲਾਂ ਤਾਂ ਆਮ ਜਦੋਂ ਕੰਜ਼ਿਊਮਰ ਆ, ਜਦੋਂ ਤੁਸੀਂ ਦੇਖੋ, ਅਸੀਂ ਜਦੋਂ ਤੱਕ ਯੂਟਿਲਿਟੀ ਵਾਲਾ ਕੰਸੈਪਟ ਨਹੀਂ ਪੜ੍ਹਿਆ ਤਾਂ ਸਾਨੂੰ ਪਤਾ ਹੀ ਨਹੀਂ ਹੁੰਦਾ ਯੂਟਿਲਿਟੀ ਵਰਗੀ ਕੋਈ ਚੀਜ਼ ਵੀ ਹੈ। ਅਤੇ ਇੰਡੀਵਿਜ਼ੂਅਲਿਟੀ ਆਫ ਗੁਡਸ, 'ਤੇ ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਜਿਹਨਾਂ ਨੂੰ ਵੰਡਿਆ ਹੀ ਨਹੀਂ ਜਾ ਸਕਦਾ। ਜੇ ਤੁਸੀਂ LED ਲੈਣਾ ਚਾਹੁੰਦੇ ਆ ਜਾਂ ਸਕੂਟਰ ਬਾਈਕ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੰਪਲੀਟ ਹੀ ਖਰੀਦਣੀ ਪਏਗੀ। ਅਤੇ ਉਹਦੇ ਵਿੱਚ ਜੇ ਸਾਡੀ ਇਨਕਮ ਤੁਹਾਡੀ ਮੰਨ ਲਓ ਜਿੱਦਾਂ ਇੱਥੇ 5 ਰੁਪੀਜ਼ ਆਪਾਂ ਮੰਨੇ, ਪੂਰੀ ਦੀ ਪੂਰੀ ਇਨਕਮ ਜੋ ਇੱਕ ਚੀਜ਼ ਖਰੀਦਣ 'ਚ ਲੱਗ ਜਾਏ ਤਾਂ ਫਿਰ ਦੂਸਰੀ ਪ੍ਰੋਡਕਟ ਤਾਂ ਤੁਸੀਂ ਲੈ ਹੀ ਨਹੀਂ ਪਾਓਗੇ। ਕੌਂਸਟੈਂਟ ਇਨਕਮ ਐਂਡ ਪ੍ਰਾਈਜ਼ਸ, ਅਤੇ ਫਿਰ ਇਹ ਵੀ ਮੰਨਿਆ ਸੀ ਕਿ ਪ੍ਰਾਈਜ਼ਸ ਜਿਹੜੇ ਆ ਅਤੇ ਆਮਦਨ ਆ ਕੰਜ਼ਿਊਮਰ ਦੀ ਕੌਂਸਟੈਂਟ ਰਹਿੰਦੀ ਆ, ਜਦ ਕਿ ਉਹ ਕੌਂਸਟੈਂਟ ਨਹੀਂ ਰਹਿੰਦੀ। ਅਨਿਸ਼ਚਿਤ ਬਜਟ ਮਿਆਦ, ਇਹਦੀ ਇੱਕ ਸੀਮਾ ਇਹ ਵੀ ਹੈ ਕਿ ਬਜਟ ਕਾਲ ਨਿਸ਼ਚਿਤ ਨਹੀਂ ਹੈ। ਅਸੀਂ ਆਪਣੀ ਆਮਦਨ ਨੂੰ ਵੱਖ-ਵੱਖ ਕੰਮਾਂ ਵਿੱਚ ਖਰਚ ਕਰਨ ਲਈ ਜਿਸ ਸਮੇਂ ਮਿਆਦ ਦਾ ਧਿਆਨ ਰੱਖਦੇ ਹਾਂ ਉਸ ਨੂੰ ਬਜਟ ਕਾਲ ਕਹਿੰਦੇ ਆ। ਇਹ ਬਜਟ ਕਾਲ ਜਿਹੜਾ ਤੁਹਾਡਾ ਮਹੀਨੇ ਦਾ ਵੀ ਹੋ ਸਕਦਾ, ਸਾਲ ਦਾ ਵੀ ਹੋ ਸਕਦਾ। LED, ਫਰਿੱਜ, ਕੰਪਿਊਟਰ ਆਦਿ ਆਮ ਤੌਰ 'ਤੇ ਬਜਟ ਮਿਆਦ ਦੌਰਾਨ ਖਰੀਦੇ ਜਾਂਦੇ ਆ, ਪਰ ਉਹਨਾਂ ਤੋਂ ਕਈ ਬਜਟ ਮਿਆਦਾਂ ਵਿੱਚ ਵਸਤੂਆਂ ਤੁਸ਼ਟੀਗੁਣ ਪ੍ਰਾਪਤ ਹੁੰਦੀ ਰਹਿੰਦੀ ਹੈ। ਇਹਨਾਂ ਵਸਤੂਆਂ ਦੀ ਸੰਤੁਸ਼ਟੀ ਗੁਣ ਦੀ ਤੁਲਨਾ ਹੋਰ ਦੂਜੇ ਵਸਤੂਆਂ ਦੀ ਸੰਤੁਸ਼ਟੀ ਗੁਣ ਦੇ ਨਾਲ ਨਹੀਂ ਕੀਤੀ ਜਾ ਸਕਦੀ। ਮੀਨਜ਼ ਤੁਸੀਂ ਬਹੁਤ ਸਾਰੇ ਪ੍ਰੋਡਕਟ ਖਰੀਦਦੇ ਹੋ ਜਿਹੜੇ ਤੁਸੀਂ ਕੰਜ਼ਿਊਮ ਕਰਦੇ ਹੋ, ਕਈ ਪ੍ਰੋਡਕਟਸ ਉਹ ਖਰੀਦਦੇ ਹੋ ਜਿਹੜੇ ਡਿਊਰੇਬਲ ਆ, ਲਾਈਕ LED, ਫਰਿੱਜ, ਕੰਪਿਊਟਰ। ਅਤੇ ਇਹਨਾਂ 'ਤੇ ਕੰਜ਼ਿਊਮ ਕਰਨ ਵਾਲੇ ਪ੍ਰੋਡਕਟਸ ਜਿਹੜੇ ਡਾਇਰੈਕਟਲੀ ਤੁਸੀਂ ਕੰਜ਼ਿਊਮ ਕਰਦੇ ਹੋ ਉਹਨਾਂ ਦੇ ਸੈਟਿਸਫੈਕਸ਼ਨ ਨੂੰ ਤੁਸੀਂ ਕੰਪੇਅਰ ਨਹੀਂ ਕਰ ਸਕਦੇ ਹੁੰਦੇ। ਅਤੇ ਇਹਦੀ ਕਾਰਡੀਨਲ ਮੇਜਰਮੈਂਟ ਆਫ ਯੂਟਿਲਿਟੀ ਇਜ਼ ਨਾਟ ਪੋਸੀਬਲ। ਅਤੇ ਇਹ ਵੀ ਮੰਨਿਆ ਜਾਂਦਾ ਕਿ ਯੂਟਿਲਿਟੀ ਨੂੰ ਗਿਣਿਆ ਨਹੀਂ ਜਾ ਸਕਦਾ। ਜਿਸ ਤਰ੍ਹਾਂ ਇੱਥੇ ਕਹਿ ਦਿੱਤਾ ਕਿ ਯੂਟਿਲਿਟੀ ਨੂੰ ਗਿਣਿਆ ਜਾ ਸਕਦਾ, ਯੂਟਿਲਿਟੀ ਗਿਣੀ ਨਹੀਂ ਜਾ ਸਕਦੀ ਹੁੰਦੀ। ਚੇਂਜ ਇਨ ਦੀ ਮਾਰਜਨਲ ਯੂਟਿਲਿਟੀ ਆਫ ਮਨੀ ਦੀ ਮਾਰਜਨਲ ਯੂਟਿਲਿਟੀ ਦੇ ਵਿੱਚ ਵੀ ਅਸਲ ਦੇ ਵਿੱਚ ਪਰਿਵਰਤਨ ਆਉਂਦਾ ਰਹਿੰਦਾ, ਜਦ ਕਿ ਇੱਥੇ ਮੰਨ ਕੇ ਚੱਲੇ ਹਾਂ ਕਿ ਪਰਿਵਰਤਨ ਨਹੀਂ ਆਉਂਦਾ। ਅਤੇ ਉਸ ਤੋਂ ਬਾਅਦ ਕੰਪਲੀਮੈਂਟਰੀ ਗੁਡਸ, ਇਹ ਨਿਯਮ ਪੂਰਕ ਵਸਤੂਆਂ ਦੇ ਸੰਬੰਧ ਵਿੱਚ ਲਾਗੂ ਨਹੀਂ ਹੁੰਦਾ। ਇਸ ਦਾ ਕਾਰਨ ਇਹ ਹੈ ਕਿ ਪੂਰਕ ਵਸਤੂਆਂ ਦੀ ਵਰਤੋਂ ਇੱਕ ਨਿਸ਼ਚਿਤ ਅਨੁਪਾਤ ਵਿੱਚ ਕੀਤੀ ਜਾਂਦੀ ਹੈ। ਇੱਕ ਵਸਤੂ ਦਾ ਭੋਗ ਘੱਟ ਕਰਕੇ ਦੂਸਰੀ ਵਸਤੂ ਦੇ ਭੋਗ ਨੂੰ ਨਹੀਂ ਵਧਾਇਆ ਜਾ ਸਕਦਾ। ਮਤਲਬ ਇੰਕ ਐਂਡ ਪੈਨ ਆ, ਜਿੱਦਾਂ ਜੇ ਮੰਨ ਲਓ ਤੁਸੀਂ ਕਹੋ ਕਿ ਜੇ ਇੰਕ ਘੱਟ ਕਰ ਦਾਂਗੇ ਤਾਂ ਪੈਨ ਯੂਜ਼ ਹੋ ਜਾਏਗਾ, ਇਸ ਤਰ੍ਹਾਂ ਥੋੜ੍ਹੀ ਹੋਏਗਾ। ਤੁਹਾਨੂੰ ਪੈਨ ਪਹਿਲਾਂ ਚਾਹੀਦਾ ਹੋਏਗਾ। ਕੈਮਰੇ ਦੇ ਨਾਲ, CD ਪਲੇਅਰ ਦੇ ਨਾਲ ਸੀਡੀਆਂ ਜ਼ਰੂਰੀ ਖਰੀਦਣੀਆਂ ਪੈਣਗੀਆਂ। ਇਸ ਤਰ੍ਹਾਂ ਇਹ ਜਿਹੜੇ ਪ੍ਰੋਡਕਟਸ ਕੰਪਲੀਮੈਂਟਰੀ ਗੁਡਸ ਆ ਉਸ 'ਤੇ ਇਹ ਨਿਯਮ ਜਿਹੜਾ ਉਹ ਲਾਗੂ ਨਹੀਂ ਹੁੰਦਾ। ਇਸ ਦੇ ਨਾਲ ਕੰਸੈਪਟ ਕਲੀਅਰ ਹੁੰਦਾ, ਕੰਪਲੀਟ ਹੁੰਦਾ। ਨੈਕਸਟ ਆਪਾਂ ਜਿਹੜਾ ਟੋਪਿਕ ਆ ਉਹ ਅਗਲੇ ਲੈਕਚਰ 'ਚ ਨੈਕਸਟ ਟੋਪਿਕ ਕਰਾਂਗੇ। ਥੈਂਕ ਯੂ ਸੋ ਮਚ।